ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਟੈਰਿਫ ਤੋਂ ਬਾਅਦ 2 ਵੱਡੇ ਜਿਹੜੇ ਇਸ਼ੂ ਆ ਅਮਰੀਕਾ ਦੇ ਵਿੱਚ ਇਸ ਟਾਈਮ ਬਣੇ ਹੋਏ ਆ ਇਕੋਨਮੀ ਨੂੰ ਲੈ ਕੇ। ਇੱਕ ਤਾਂ ਹੈਗਾ H-1B ਵੀਜ਼ਾ ਤੇ ਦੂਜਾ ਹੈਗਾ ਆਊਟਸੋਰਸਿੰਗ। ਸੋ H-1B ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇਲੈਕਟਡ ਲੀਡਰਸ ਆ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਆ, ਉਹ ਕਹਿ ਰਹੇ ਆ ਵੀ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਹੈਗਾ। ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਜੋ ਆ, ਉਹਨਾਂ ਨੇ ਇਹ ਕਿਹਾ ਵੀ ਇੰਡੀਆ ਦਾ ਜਿਹੜਾ ਆ ਔਰ ਇੰਡੀਅਨਸ H-1B ਵੀਜ਼ਾ ਜਿਹੜਾ ਇਮੀਡੀਏਟਲੀ ਬੰਦ ਕਰਨਾ ਚਾਹੀਦਾ ਹੈ। ਉਹਦੀ ਜਗ੍ਹਾ ਤੇ ਅਮਰੀਕਨ ਜੌਬਸ ਜਿਹੜੇ ਆ, ਅਮਰੀਕਨ ਲੋਕ ਆ, ਉਹਨਾਂ ਨੂੰ ਜੌਬਸ ਦੇਣੀਆਂ ਚਾਹੀਦੀਆਂ। ਤੇ ਫੰਡਿੰਗ ਜਿਹੜੀ ਆ ਉਹ ਕਹਿੰਦੇ ਵੀ ਯੂਕਰੇਨ ਨੂੰ ਵੀ ਬੰਦ ਹੋਣੀ ਚਾਹੀਦੀ ਆ, ਕਿਉਂਕਿ ਸਾਡੇ ਪੈਸੇ ਇੱਥੇ ਜਾ ਰਹੇ ਆ। H-1B ਵੀਜ਼ੇ ਨੂੰ ਲੈ ਕੇ ਸਟੀਵ ਬੈਨਨ ਹੁਣੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਪਹਿਲਾਂ ਐਡਵਾਈਜ਼ਰ ਵੀ ਰਹੇ ਹੈਗੇ ਆ, ਹੁਣ ਜਿਹੜੇ ਥਿੰਕ ਟੈਂਕ ਗਿਣੇ ਜਾਂਦੇ ਆ ਰਿਪਬਲਿਕਨ ਪਾਰਟੀ ਦੇ ਪਿੱਛੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ H-1B ਵੀਜ਼ੇ ਨੂੰ ਲੈ ਕੇ ਜੋ ਸਟੂਡੈਂਟਸ ਪੜ੍ਹਨ ਆਉਂਦੇ ਆ, ਮੇਨ ਮਕਸਦ ਉਹਨਾਂ ਦਾ ਇਹੀ ਹੁੰਦਾ ਹੈ ਵੀ ਜਿਹੜਾ ਕੋਈ ਮਾਸਟਰ ਜਾਂ PhD ਕੁਝ ਵੀ ਕਰਨ ਆਇਆ ਵੀ ਇੱਥੇ ਜੌਬ ਮਿਲ ਜਾਏ। ਉਹ ਕਹਿੰਦੇ ਵੀ ਜਦੋਂ ਉਹ ਪੜ੍ਹ ਹਟੇ ਤਾਂ ਉਹਨਾਂ ਕੋਲ 30 ਦਿਨ ਹੈਗੇ ਆ ਵੀ 30 ਦਿਨ ਆਪਣੇ ਦੋਸਤਾਂ ਮਿੱਤਰਾਂ ਕਲਾਸਮੇਟਸ ਨੂੰ ਮਿਲੋ ਤੇ ਮੁੜ ਕੇ ਜਿਹੜਾ ਆ ਆਪਣੇ ਆਪਣੇ ਮੁਲਕ ਨੂੰ ਵਾਪਸ ਚਲੇ ਜਾਓ। ਕਹਿੰਦੇ ਭਈ ਅਸੀਂ ਇੰਨਾ ਕੁਝ ਹੁਣ ਜਿਹੜਾ ਆ ਹੋਲਡ ਨਹੀਂ ਕਰ ਸਕਦੇ। ਕਹਿੰਦੇ ਵੀ ਦ ਕੰਟਰੀਜ਼ ਆਫ ਦ ਵਰਲਡ ਵੋਂਟ ਗੈਟ ਬੈਟਰ ਇਫ ਯੂ ਆਰ ਸਕਿੰਗ ਅਪ ਐਵਰੀ ਪੀਸ ਆਫ ਟੈਲੈਂਟ। ਵੀ ਉਹਨਾਂ ਨੂੰ ਆਪਣੇ ਆਪਣੇ ਮੁਲਕ ਦੇ ਵਿੱਚ ਜਾ ਕੇ ਉੱਥੇ ਹੀ ਸੈੱਟ ਕਰਨਾ ਚਾਹੀਦਾ ਹੈਗਾ ਆ। ਬ੍ਰਿਟਿਸ਼ ਇੰਪਾਇਰ ਨੂੰ ਵੀ ਇਦਾਂ ਹੀ ਸਾਰਾ ਕੁਝ ਵਾਪਰਿਆ ਸੀਗਾ। ਸੋ H-1B ਵੀਜ਼ੇ ਦਾ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਵਿਰੋਧ ਹੋ ਰਿਹਾ ਆ। ਉਹ ਵਿਰੋਧ ਤਾਂ ਹੋ ਰਿਹਾ ਸੀ ਤੇ ਹੁਣ ਇੱਕ ਹੋਰ ਨਿਊਜ਼ ਆ ਰਹੀ ਆ ਵੀ ਮਿਆਮੀ ਦੇ ਵਿੱਚ, ਕਹਿੰਦੇ ਵੀ ਮਿਆਮੀ ਨਾਟ ਮੁੰਬਈ, ਇੱਕ ਹੋਟਲ ਦੇ ਵਿੱਚ ਇੱਕ ਬੰਦਾ ਗਿਆ ਚੈੱਕ ਇਨ ਕਰਨ ਦੇ ਲਈ, ਤਾਂ ਜਦ ਉੱਥੇ ਦੇਖਿਆ ਵੀ ਇੱਕ ਰਿਸੈਪਸ਼ਨਿਸਟ ਜਿਹੜਾ ਸੀ, ਉਹ ਵਰਚੁਅਲ ਸੀਗਾ, ਵਰਚੁਅਲ ਇੰਡੀਅਨ ਰਿਸੈਪਸ਼ਨਿਸਟ ਸੀਗਾ। ਸੋ ਉੱਥੇ ਉਹਨੇ ਸਕਰੀਨ ਲਾਇਆ ਸੀ, ਉਹ ਇੰਡੀਆ ਤੋਂ ਹੀ ਚੈੱਕ ਇਨ ਕਰਾਈ ਜਾਂਦਾ ਸੀ ਵੀ ਹਾਂ ਤੁਹਾਨੂੰ ਇੱਕ ਚਾਬੀ ਚਾਹੀਦੀ ਆ, 2 ਚਾਹੀਦੀਆਂ ਹੈਗੀਆਂ। ਸੋ ਇਹ ਮਿਆਮੀ ਦੇ ਹੋਟਲ ਦੇ ਵਿੱਚ ਉਹ ਬੰਦੇ ਨੇ ਵੀਡੀਓ ਬਣਾ ਲਈ, ਟਿਕਟੌਕ ਤੇ ਚਾੜਤੀ ਤੇ ਉਹ ਹੁਣ ਬਹੁਤ ਜ਼ਿਆਦਾ ਜਿਹੜਾ ਉਹਦਾ ਰੌਲਾ ਪੈ ਰਿਹਾ ਹੈਗਾ। ਪੀਟ ਲੈਂਗਜ਼ ਨਾਮ ਦਾ ਇਹ ਬੰਦਾ ਹੁਣ ਟਿਕਟੌਕ ਤੇ ਇੰਸਟਾਗ੍ਰਾਮ ਦੇ ਉੱਤੇ ਭਾਈ ਕਹਿੰਦਾ ਵੀ ਆਹ ਤਾਂ ਬਾਹਲੀ ਹੈਰਾਨੀ ਦੀ ਗੱਲ ਆ ਵੀ ਹੋਟਲ ਅਮਰੀਕਾ 'ਚ ਆ ਤੇ ਤੁਹਾਡਾ ਜਿਹੜਾ ਚੈੱਕ ਇਨ ਆ ਉਹ ਬੰਦਾ ਇੰਡੀਆ 'ਚ ਬੈਠਾ ਕਰ ਰਿਹਾ ਹੈਗਾ। ਦੇਖ ਲਓ। ਇੱਥੇ ਹੁਣ ਜਿਹੜੀਆਂ ਅਮਰੀਕਨ ਜੌਬਸ ਉਹ ਕੌਣ ਲੈ ਰਿਹਾ ਹੈਗਾ? ਇੰਨੀ ਜ਼ਿਆਦਾ ਜਿਹੜੀ ਆਊਟਸੋਰਸਿੰਗ ਹੋ ਰਹੀ ਹੈਗੀ ਆ। ਈਵਨ ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਲਾ ਕੁਇੰਟਾ ਇਨ ਸੀ, ਉਹਨਾਂ ਦੇ ਬਾਈਕਾਟ ਦੇ ਜਿਹੜੇ ਡਰਾਈਵ ਚਲਾਈ ਹੈਗੀ ਆ ਵੀ ਲਾ ਕੁਇੰਟਾ ਇਨ ਨੂੰ ਬਾਈਕਾਟ ਕਰਨਾ ਚਾਹੀਦਾ ਹੈਗਾ। ਇਹ ਨਿਊਜ਼ ਆ, ਆਪਾਂ ਨਹੀਂ ਕਹਿ ਰਹੇ, ਨਿਊਜ਼ ਦੇ ਵਿੱਚ ਜੋ ਆਇਆ ਉਹ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਹੈਗੇ। ਜੀ। ਸੋ ਯੂਐਸ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਪਬਲਿਕ ਓਪੀਨੀਅਨ ਆ, ਕਾਫੀ ਜ਼ਿਆਦਾ ਚਾਰਜਡ ਜਿਹੜਾ ਉਹ ਹੈਗਾ ਆ। ਸੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਵੀ ਇੱਕ ਮੇਨ ਇਸ਼ੂ ਜਿਹੜਾ ਇਸ ਟਾਈਮ ਬਣਿਆ। ਹੁਣ ਤੁਸੀਂ ਦੇਖੋ ਵੀ ਜਦੋਂ ਇਕੋਨਮੀ ਖਾਸ ਕਰਕੇ ਡਾਵਾਡੋਲ ਚੱਲ ਰਹੀ ਹੋਵੇ ਤੇ ਉਦੋਂ ਜਦੋਂ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਵੀ ਸਾਡੀਆਂ ਜੌਬਾਂ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਈਆਂ, ਹੋਟਲ ਦੇ ਵਿੱਚ ਜਿੱਥੇ ਕੰਮ ਹੀ ਹੌਸਪਿਟੈਲਿਟੀ ਦਾ ਆ, ਵੀ ਹੁਣ ਮੰਨ ਲਓ ਕਿਸੇ ਨੂੰ ਤੌਲੀਆ ਚਾਹੀਦਾ, ਕੁਛ ਚਾਹੀਦਾ, ਤੇ ਹੁਣ ਉਹ ਕਾਲ ਕਰਨਗੇ ਪਹਿਲਾਂ ਇੰਡੀਆ ਵਾਲਿਆਂ ਨੂੰ ਵੀ ਉੱਥੋਂ ਆਉਣਗੇ ਕੋਈ ਤੇ ਫਿਰ ਜਾ ਕੇ ਕੋਈ ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਫੜਾਉਗੇ। ਸੋ ਇਹ ਸਿਚੁਏਸ਼ਨ ਨੂੰ ਲੈ ਕੇ ਲੋਕ ਜਿਹੜੇ ਉਹ ਖਾਸੇ ਜਿਹੜੇ ਉਹ ਨਾਰਾਜ਼ ਨੇ। ਸੋ ਕਹਿੰਦੇ ਵੀ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਰੋਜ਼ਾਨਾ 8 ਭਾਰਤੀ ਜਿਹੜੇ ਆ ਉਹ ਇਸ ਸਾਲ ਜਦੋਂ ਤੋਂ ਟਰੰਪ ਪ੍ਰਸ਼ਾਸਨ ਨੇ ਕਾਰਜਕਾਲ ਜਿਹੜਾ ਉਹ ਸਾਂਭਿਆ ਆ, ਰੋਜ਼ਾਨਾ 8 ਜਿਹੜੇ ਭਾਰਤੀ ਆ ਉਹਨਾਂ ਨੂੰ ਵਾਪਸ ਘੱਲਿਆ ਜਿਹੜਾ ਉਹ ਜਾ ਰਿਹਾ ਆ। ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਮੁਤਾਬਕ 7244 ਜਿਹੜੇ ਆ ਉਹ ਭਾਰਤੀ ਹੁਣ ਤੱਕ ਜਿਹੜੇ ਉਹ ਵਾਪਸ ਘੱਲੇ ਜਾ ਚੁੱਕੇ ਆ ਜਨਵਰੀ 2020 ਤੋਂ 2025 ਦੇ ਵਿੱਚ, ਤੇ ਉਹਦੇ ਵਿੱਚੋਂ 25% ਆ ਸਿਰਫ 6 ਮਹੀਨਿਆਂ ਚੋਂ 1700 ਉਹਨਾਂ ਦੇ ਵਿੱਚੋਂ ਆ ਪਹਿਲੇ 5-6 ਮਹੀਨਿਆਂ ਦੇ ਵਿੱਚ ਜਿਹੜੇ ਆ ਆਲਰੇਡੀ ਟਰੰਪ ਹੁਣਾਂ ਨੇ ਵਾਪਸ ਜਿਹੜੇ ਉਹ ਘੱਲੇ ਆ। ਸੋ ਕੋਈ ਜਿਹੜੇ ਕਹਿ ਰਹੇ ਵੀ ਇਨੋਵੇਸ਼ਨ ਆ, ਵਰਕ ਫਰਮ ਹੋਮ ਦਾ ਕੰਮ ਜਿਹੜਾ ਇਹਨਾਂ ਨੇ ਚਾਲੂ ਕਰਾਤਾ ਹੋਟਲਾਂ ਦੇ ਵਿੱਚ ਵੀ, ਤੇ ਪਰ ਲੋਕ ਇਸ ਟਾਈਮ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਨਿਰਾਸ਼ ਨੇ। ਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕਿਹਾ ਵੀ ਲੋਕ ਬਾਈਕਾਟ ਤੱਕ ਦਾ ਵੀ ਜਿਹੜਾ ਆ ਉਹ ਨਾਅਰੇ ਲਾਉਣੇ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ। ਜੀ। H-1B ਵੀਜ਼ੇ ਨੂੰ ਲੈ ਕੇ ਸਰੋਤਿਆਂ ਨੂੰ ਦੱਸਦੇ ਜੀ, ਸਤੰਬਰ 2 2025 ਤੋਂ ਬਾਅਦ ਬਹੁਤ ਸਾਰੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਜਿਨ੍ਹਾਂ ਦੇ ਵਿੱਚ H-1B ਵੀਜ਼ਾ ਵੀ ਹੈਗਾ, ਉਹ ਹੁਣ ਯੂਐਸ ਡਿਪਾਰਟਮੈਂਟ ਆਫ ਸਟੇਟ ਇਹ ਕਹਿ ਰਿਹਾ ਵੀ ਆਪਾਂ 1-on-1 ਇੰਟਰਵਿਊ ਲਵਾਂਗੇ ਉਹ ਕੌਂਸੂਲੇਟ ਆਫਿਸ ਦੇ ਵਿੱਚ। ਸੋ ਬਹੁਤ ਜ਼ਿਆਦਾ ਜਿਹੜਾ ਸਟ੍ਰਿਕਟ ਹੋਊਗਾ, ਚਾਹੇ ਉਹ ਫਸਟ ਟਾਈਮ ਐਪਲੀਕੈਂਟ ਹੈਗੇ ਆ ਜਾਂ ਉਹ
ਉਹਨਾਂ ਦਾ ਰਿਨਿਊਅਲ ਹੋ ਰਿਹਾ ਹੈਗਾ ਆ। ਇਹਦੇ ਵਿੱਚ ਜਿਹੜਾ ਤੁਹਾਨੂੰ ਹਰਜੋਤ ਸਿੰਘ ਜੀ ਇੱਕ ਕਲੀਅਰ ਮੈਨੂੰ ਲੱਗਦਾ ਅਟਾਰਨੀ ਟਿਰਕੈਣਾ ਜੀ ਨੇ ਵੀ ਥੋੜਾ ਦੱਸਿਆ ਹੀ ਹੋਣਾ ਵੀਕਐਂਡ ਤੇ ਵੀ, ਤੇ ਜਿਨ੍ਹਾਂ ਦੀ ਤਾਂ ਇੱਥੇ ਬੈਠਿਆਂ ਦੀ ਐਕਸਟੈਂਸ਼ਨ ਆ ਉਹ ਤਾਂ ਉਦਾਂ ਹੀ ਆ, ਪਰ ਜੇ ਉਹਨਾਂ ਨੇ ਆਪਣੇ ਵੀਜ਼ਾ ਲਵਾਉਣਾ ਆ ਉਹਦੇ ਲਈ ਤਾਂ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਜਾਣਾ ਪੈਣਾ ਹੈ। ਕਿਉਂਕਿ ਕਈ ਵਾਰੀ ਹੁੰਦਾ ਨਾ ਲੋਕਾਂ ਨੂੰ ਵੀ ਅਸੀਂ ਟਰੈਵਲ ਕਰ ਸਕੀਏ ਨਾ ਕਰ ਸਕੀਏ ਜਾਂ ਕਿੱਦਾਂ ਆ, ਤੇ ਜੇ ਤੁਸੀਂ ਟਰੈਵਲ ਕਰਦੇ ਆ ਤਾਂ ਫਿਰ ਜੇ ਤੁਹਾਡਾ ਵੀਜ਼ਾ ਲੈਪਸ ਹੋਇਆ ਆ ਉਦਾਂ ਭਾਵੇਂ ਐਕਸਟੈਂਸ਼ਨ ਆ, ਪਰ ਫਿਰ ਤੁਹਾਨੂੰ ਵੀਜ਼ਾ ਜਿਹੜਾ ਉਹ ਸਟੈਂਪ ਕਰਾਉਣਾ ਪੈਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿੱਦਾਂ ਵੀ ਫੈਸਲਾ ਲੈਣਾ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੋ। ਲੋਕਾਂ ਦਾ ਇਸ ਚੀਜ਼ ਦੇ ਨਾਲ ਹਰਜੋਤ ਸਿੰਘ ਜੀ ਇਸ ਫੈਸਲੇ ਤੋਂ ਬਾਅਦ ਚ ਕਾਫੀ ਜਿਹੜੇ ਲੋਕਾਂ ਦਾ ਜਿਹੜਾ ਕਹਿ ਲਓ ਵੀ ਆਉਣ ਜਾਣ ਵਾਲਾ ਸਿਲਸਿਲਾ ਜਿਹੜਾ H1 ਵਾਲਿਆਂ ਨੂੰ ਉਹਨਾਂ ਨੂੰ ਕਾਫੀ ਕੁਝ ਜਿਹੜਾ ਉਹ ਸੋਚਣਾ ਜਿਹੜਾ ਉਹ ਪਊਗਾ ਵੀ ਕੀ ਸਥਿਤੀ ਇਸ ਦੇ ਵਿੱਚ ਜਿਹੜੀ ਉਹ ਉਹਨਾਂ ਦੇ ਲਈ ਬਣੂਗੀ। ਸੋ ਮੇਕ ਸ਼ੋਰ ਕਰੋ ਵੀ ਆਪੋ ਆਪਣੇ ਕੰਪਨੀ ਦੇ ਨਾਲ ਆਪੋ ਆਪਣੇ ਕੰਪਨੀ ਦੇ ਲਾਇਰਸ ਦੇ ਨਾਲ ਤੁਸੀਂ ਜਿਹੜੀ ਉਹ ਜ਼ਰੂਰ ਗੱਲਬਾਤ ਕਰਕੇ ਰੱਖੋ। ਬਾਅਦ ਇਹ ਨਾ ਹੋਵੇ ਵੀ ਤੁਹਾਨੂੰ ਭੁਲੇਖਾ ਪਿਆ ਰਵੇ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਸੋ ਬੈਸਟ ਟੂਲ ਤੁਹਾਡੇ ਲਈ ਆ ਵੀ ਤੁਸੀਂ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰੀ ਰੱਖੋ।